class 10th, poem Character of a Happy Man. Poet Sir Henry Wotton. Character of a Happy Man poem सर हेनरी वॉटन द्वारा लिखी गई है। इसका फर्स्ट स्टैंजा, हाउ हैप्पी इज ही बॉर्न और टाउट दैट सर्वेथ नॉट अनदर्स विल whose armor is honest thought and simple truth his utmost skill। इस कविता ਦੇ ਵਿੱਚ ਕਿਹਾ ਗਿਆ ਹੈ, ਜਦੋਂ ਅਸੀਂ ਪੰਜਾਬੀ ਐਕਸਪਲੇਨੇਸ਼ਨ ਦੇਖਦੇ ਹਾਂ ਇਹਦੀ, ਹਾਊ ਹੈਪੀ ਇਜ਼ ਹੀ ਬੋਰਨ ਔਰ ਟਾਊਟ, ਉਸ ਦਾ ਜਨਮ ਅਤੇ ਉਸ ਦੀ ਸਿੱਖਿਆ, ਬੋਰਨ ਜਨਮ, ਟਾਊਟ ਸਿੱਖਿਆ, ਉਸ ਦਾ ਜਨਮ, ਉਸ ਦੀ ਸਿੱਖਿਆ ਖੁਸ਼ੀ ਦੇਣ ਵਾਲੀ ਹੁੰਦੀ ਹੈ। ਖੁਸ਼ੀ ਦੇਣ ਵਾਲੀ ਹੁੰਦੀ ਹੈ। ਕਿਸ ਦੀ ਜਨਮ ਤੇ ਸਿੱਖਿਆ? that serveth not another's will, ਜਿਸ ਨੂੰ ਦੂਜਿਆਂ ਦੀ ਆਗਿਆ ਦਾ ਪਾਲਣ ਨਹੀਂ ਕਰਨਾ ਪੈਂਦਾ। ਸਰਬੱਤ ਹੁੰਦਾ ਪਾਲਣ ਕਰਨਾ, ਵਿਲ ਆਗਿਆ, ਜਿਹਨੂੰ ਦੂਸਰਿਆਂ ਦੀ ਆਗਿਆ ਦਾ ਪਾਲਣ ਨਹੀਂ ਕਰਨਾ ਪੈਂਦਾ, ਉਸ ਦਾ ਜਨਮ ਅਤੇ ਉਸ ਦੀ ਸਿੱਖਿਆ ਖੁਸ਼ੀ ਦੇਣ ਵਾਲੀ ਹੁੰਦੀ ਹੈ। whose armor ਕਵਚ ਹੁੰਦਾ ਹੈ, armor ਕਵਚ, his honest thought, ਉਸ ਦਾ ਜੋ ਕਵਚ ਹੁੰਦਾ ਹੈ, ਸੁਰੱਖਿਆ ਕਵਚ ਹੁੰਦਾ ਹੈ, ਉਸ ਨੂੰ ਬਚਾਉਣ ਵਾਲਾ ਹੁੰਦਾ ਹੈ, ਤਾਂ ਉਹ ਉਸਦੇ ਇਮਾਨਦਾਰ ਵਿਚਾਰ ਹੁੰਦੇ ਨੇ, ਇਮਾਨਦਾਰੀ ਭਰੇ ਵਿਚਾਰ ਹੁੰਦੇ ਨੇ। ਐਂਡ ਸਿੰਪਲ ਟਰੁੱਥ ਹਿਜ਼ ਅਟਮੋਸਟ ਸਕਿੱਲ, ਸਿੰਪਲ ਟਰੁੱਥ ਸਧਾਰਨ ਸੱਚ ਉਸ ਦੀ ਅਟਮੋਸਟ ਸਭ ਤੋਂ ਵਧੀਆ ਸਕਿੱਲ ਹੁੰਦੀ ਹੈ, ਚਤੁਰਾਈ ਜਾਂ ਹੁਨਰ ਜਾਂ ਕੁਸ਼ਲ। ਔਰ ਉਸਦਾ ਸਧਾਰਨ ਸੱਚ ਹੈ ਜੋ ਉਹ ਉਸ ਦੀ ਸਭ ਤੋਂ ਵਧੀਆ ਕਲਾ ਹੁੰਦੀ ਹੈ, ਹੁਨਰ ਹੁੰਦੀ ਹੈ, ਸਕਿੱਲ ਹੁੰਦੀ ਹੈ। ਇਹ ਗੱਲਾਂ ਕਿਸ ਬਾਰੇ ਕਹੀਆਂ ਹਨ? ਕਰੈਕਟਰ ਆਫ ਅ ਹੈਪੀ ਮੈਨ, ਜੋ ਖੁਸ਼ ਮਿਜਾਜ ਜਾਂ ਖੁਸ਼ ਚਰਿੱਤਰ ਦਾ ਵਿਅਕਤੀ ਹੈ, ਉਸ ਦੇ ਸਾਰੇ ਗੁਣ ਸਾਨੂੰ ਪੋਇਟ ਨੇ ਦੱਸੇ ਹਨ। How happy is he born or tout that serveth not another's will, whose armor is honest thought and simple truth his utmost skill। ਹੁਣ ਅਸੀਂ ਇਸ ਸਟੈਂਜੇ ਦੇ ਵਿੱਚੋਂ ਕੁਐਸਚਨ ਆਨਸਰ ਲਏ ਨੇ। ਤਾਂ ਫਸਟ ਕੁਐਸਚਨ ਅਸੀਂ ਨੇਮ ਦਾ ਪੋਇਮ ਐਂਡ ਦਾ ਪੋਇਟ। ਪੋਇਮ ਦਾ ਨਾਮ ਕੀ ਹੈ, ਪੋਇਟ ਦਾ ਨਾਮ ਕੀ ਹੈ? ਇਸ ਪੋਇਮ ਦਾ ਨਾਮ ਹੈ, ਅਸੀਂ ਲਿਖ ਦਿਆਂਗੇ ਆਨਸਰ ਦੇ ਵਿੱਚ, ਪੋਇਮਸ ਨੇਮ ਕਰੈਕਟਰ ਆਫ ਅ ਹੈਪੀ ਮੈਨ। Character of a happy man. Poet's name Sir Henry Wotton. Second question, what is the armor of a happy man? Happy man ਦਾ ਕਵਚ ਕੀ ਹੈ? ਉਹਦਾ armor ਕੀ ਹੈ, ਕਵਚ ਕੀ ਹੈ? His honest thought, ਅਸੀਂ ਪੜਿਆ ਸੀ, whose armor is honest thought, ਆਨਸਰ ਦੇ ਵਿੱਚ his honest thought, ਤਾਂ ਅਸੀਂ ਕਹਾਂਗੇ the armor of a happy man is his honest thought। ਇਸ ਪ੍ਰਕਾਰ ਤੁਸੀਂ ਇਹਨੂੰ ਸੈਂਟੈਂਸ ਦੇ ਵਿੱਚ ਆਨਸਰ ਨੂੰ ਲਿਖ ਸਕਦੇ ਹੋ। ਕੁਐਸਚਨ ਨੰਬਰ 3, what is his utmost skill? ਉਹਦੀ utmost skill ਕੀ ਹੈ? simple truth his utmost skill। ਆਨਸਰ ਵਿੱਚ ਲਿਖਾਂਗੇ his utmost skill is his simple truth। his utmost skill is his simple truth। ਹੁਣ ਅਸੀਂ ਦੇਖਦੇ ਹਾਂ ਸੈਕੰਡ ਸਟੈਂਜਾ, ਇਸ ਪੋਇਮ ਦਾ ਸੈਕੰਡ ਸਟੈਂਜਾ। ਪਹਿਲਾ ਇਹ ਫਸਟ ਸਟੈਂਜਾ ਸਾਡੇ ਕੋਲੇ, ਹੁਣ ਸਾਡੇ ਕੋਲੇ ਪੋਇਮ ਦਾ ਜੋ ਸੈਕੰਡ ਸਟੈਂਜਾ ਹੈ। whose passions not his masters are, whose passions not his masters are, passions ਹੁੰਦੀਆਂ ਨੇ ਇੱਛਾਵਾਂ, ਉਸ ਦੀਆਂ ਇੱਛਾਵਾਂ ਉਸ ਦੀਆਂ ਮਾਲਕ ਨਹੀਂ ਹੁੰਦੀਆਂ, ਇੱਛਾਵਾਂ ਉਸ ਦੀਆਂ ਮਾਲਕ ਨਹੀਂ ਹੁੰਦੀਆਂ। his soul is still prepared for death, soul ਹੁੰਦੀ ਉਹਦੀ ਆਤਮਾ, ਜੋ ਉਹਦੀ ਆਤਮਾ ਹੈ ਉਹ ਸਦਾ prepared, ਤਿਆਰ ਰਹਿੰਦੀ ਹੈ ਡੈਥ, ਮੌਤ ਦੇ ਲਈ। ਜੋ ਖੁਸ਼ ਮਿਜਾਜ ਆਦਮੀ ਹੈ, ਖੁਸ਼ ਵਿਅਕਤੀ ਹੈ, अच्छा व्यक्ति है, चंगा व्यक्ति है, अंदरों भला व्यक्ति है, जो
ਉਹ ਉਸ ਦੀਆਂ ਇਛਾਵਾਂ ਜਿਹੜੀਆਂ ਉਹਦੀਆਂ ਮਾਲਕ ਨਹੀਂ ਹੁੰਦੀਆਂ, ਉਹ ਸਦਾ ਮਰਨ ਵਾਸਤੇ ਤਿਆਰ ਰਹਿੰਦਾ ਹੈ, ਉਸ ਨੂੰ ਮੌਤ ਦਾ ਕੋਈ ਭੈ ਨਹੀਂ ਹੁੰਦਾ। untied unto the world with care of public fame or private breath। untied ਬੰਧਨ ਮੁਕਤ, untied tied ਮੈਨੇ ਬੰਨਿਆ ਹੋਣਾ, untied ਜਿਹੜਾ ਮੁਕਤ ਹੋਵੇ, ਬੰਧਨ ਮੁਕਤ। unto the world with care, care ਹੁੰਦੀ ਹੈ ਚਿੰਤਾ, world ਸੰਸਾਰ, of public fame or private breath। public fame ਜਨਤਕ ਪ੍ਰਸਿੱਧੀ, private breath ਦੂਜਿਆਂ ਦੀ ਪ੍ਰਸ਼ੰਸਾ। ਇਹਦਾ ਪ੍ਰਾਈਵੇਟ ਬ੍ਰੈਥ ਦਾ ਮਤਲਬ ਹੈ ਇੱਥੇ ਦੂਜਿਆਂ ਦੀ ਪ੍ਰਸ਼ੰਸਾ। ਉਸ ਨੂੰ ਜੋ ਖੁਸ਼ ਵਿਅਕਤੀ ਹੈ, ਹੈਪੀ ਮੈਨ ਹੈ ਜੋ, ਉਸ ਨੂੰ ਜਨਤਕ ਪ੍ਰਸਿੱਧੀ ਜਾਂ ਦੂਸਰਿਆਂ ਦੀ ਪ੍ਰਸ਼ੰਸਾ ਦੀ ਕੋਈ ਚਿੰਤਾ ਨਹੀਂ ਹੁੰਦੀ। ਉਹ ਇਹਨਾਂ ਚੀਜ਼ਾਂ ਤੋਂ ਮੁਕਤ ਹੁੰਦਾ ਹੈ ਕਿ ਉਹਦੀ ਜਨਤਕ ਪ੍ਰਸਿੱਧੀ ਹੋਵੇ ਜਾਂ ਉਹਨੂੰ ਦੂਜਿਆਂ ਦੀ ਪ੍ਰਸ਼ੰਸਾ ਮਿਲੇ। ਹਾਂਜੀ, ਇਹ ਅਸੀਂ ਡਿਫਿਕਲਟ ਵਰਡਸ ਦੇ ਮੀਨਿੰਗ ਹੈ ਜੋ ਇੱਥੇ ਲਿਖੇ ਹੋਏ ਨੇ। ਪੈਸ਼ਨ ਇਛਾਵਾਂ, ਸੋਲ ਆਤਮਾ, ਅਨਟਾਈਡ ਬੰਧਨ ਮੁਕਤ, ਕੇਅਰ ਚਿੰਤਾ, ਉਹ ਚਿੰਤਾ ਤੋਂ ਮੁਕਤ ਹੁੰਦਾ ਹੈ। ਪਬਲਿਕ ਫੇਮ ਜਨਤਕ ਪ੍ਰਸਿੱਧੀ, ਪ੍ਰਾਈਵੇਟ ਬ੍ਰੈਥ ਦੂਜਿਆਂ ਦੀ ਪ੍ਰਸ਼ੰਸਾ। ਹੁਣ ਅਸੀਂ ਇਸ ਸਟੈਂਜਾ ਦੇ ਵਿੱਚੋਂ ਕੁਐਸਚਨਸ ਲਏ ਨੇ। what is a happy man not afraid of? what is a happy man not afraid of? afraid ਡਰਨਾ, happy man ਕਿਸ ਚੀਜ਼ ਤੋਂ ਨਹੀਂ ਡਰਦਾ? ਤਾਂ ਅਸੀਂ ਇੱਥੇ ਪੜਿਆ ਸੀ his soul is still prepared for death। ਉਹ ਸਦਾ ਮੌਤ ਵਾਸਤੇ, ਡੈਥ ਵਾਸਤੇ ਤਿਆਰ ਰਹਿੰਦਾ ਹੈ। ਤਾਂ ਇਸ ਦਾ ਮਤਲਬ ਉਹ ਡੈਥ ਤੋਂ, ਮੌਤ ਤੋਂ ਡਰਦਾ ਨਹੀਂ ਹੈ। A happy man is not afraid of death। ਤੁਸੀਂ in sentence you can give answer in sentence। A happy man not afraid of, a happy man is not afraid of death। ਅਸੀਂ ਕੁਐਸਚਨ ਦੇ ਵਿੱਚੋਂ ਸੈਂਟੈਂਸ ਬਣਾ ਸਕਦੇ ਹਾਂ। ਦੇਖੋ, a happy man और जो हेल्पिंग वर्ब इज है उसਨੂੰ सब्जेक्ट तो पीछे लाओ। आ हैप्पी मैन इज, ਇੱਥੇ ਅਸੀਂ ਹੈਲਪਿੰਗ ਵਰਬ ਇਜ਼ ਲਾ ਦਾਂਗੇ। ਆ ਹੈਪੀ ਮੈਨ ਇਜ਼ ਨਾਟ ਅਫਰੇਡ ਆਫ ਡੈਥ। ਇਸ ਤਰ੍ਹਾਂ ਅਸੀਂ ਇਹਨੂੰ ਸੈਂਟੈਂਸ ਦੇ ਰੂਪ ਵਿੱਚ ਲਿਖ ਸਕਦੇ ਹਾਂ। ਸੈਕੰਡ ਕੁਐਸਚਨ, what is a happy man not slave of? हैप्पी मैन किस चीज ਦਾ ਸਲੇਵ ਨਹੀਂ ਹੈ? ਸਲੇਵ ਦਾ ਮਤਲਬ ਹੁੰਦਾ ਹੈ ਗੁਲਾਮ, ਸਲੇਵ ਦਾ ਮਤਲਬ ਹੁੰਦਾ ਹੈ ਗੁਲਾਮ। हैप्पी मैन किस चीज का गुलाम नहीं है? अफरेड हुंदा डर, स्लेव हुंदा गुलाम। हैप्पी मैन किस चीज का गुलाम नहीं है? ਅਸੀਂ ਇੱਥੇ ਪੜਿਆ ਪੈਸ਼ਨਸ ਨਾਟ ਹਿਜ ਮਾਸਟਰਸ ਆਰ। ਜਿਹੜੀਆਂ ਪੈਸ਼ਨਸ ਨੇ, ਇਛਾਵਾਂ ਨੇ, ਉਹਦੀਆਂ ਮਾਲਕ ਨਹੀਂ ਹੁੰਦੀਆਂ। ਇਛਾਵਾਂ ਜਿਹੜੀਆਂ ਉਹਦੀਆਂ ਮਾਲਕ ਨਹੀਂ ਹੁੰਦੀਆਂ। ਇਸ ਦਾ ਮਤਲਬ ਕੀ ਹੈ ਕਿ ਉਹ ਇਛਾਵਾਂ ਦਾ ਗੁਲਾਮ ਨਹੀਂ ਹੈ। ਤੁਸੀਂ ਹਿਜ ਪੈਸ਼ਨਸ, ਦੇਖੋ ਇਹਨੂੰ ਆਪਾਂ ਸੈਂਟੈਂਸ ਦੇ ਵਿੱਚ ਕਿਵੇਂ ਲਿਖਾਂਗੇ? ਪਹਿਲਾ ਸਬਜੈਕਟ ਆ ਹੈਪੀ ਮੈਨ, ਹੈਲਪਿੰਗ ਵਰਬ ਇਜ਼ ਹੈ, ਇੱਥੇ ਲਿਖੋਗੇ ਇਸ ਸਬਜੈਕਟ ਤੋਂ ਬਾਅਦ ਆ ਹੈਪੀ ਮੈਨ ਇਜ਼ ਨਾਟ ਸਲੇਵ ਆਫ ਹਿਜ ਪੈਸ਼ਨਸ। ਆ ਹੈਪੀ ਮੈਨ ਇਜ਼ ਨਾਟ ਸਲੇਵ ਆਫ ਹਿਜ ਪੈਸ਼ਨਸ। ਥਰਡ ਕੁਐਸਚਨ ਹੈ what does a truly happy person not care about? what does a truly happy person not care about? ਸੱਚਮੁੱਚ ਦੇ ਵਿੱਚ ਜੋ ਖੁਸ਼ ਵਿਅਕਤੀ ਹੈ, ਸੱਚਮੁੱਚ ਦੇ ਵਿੱਚ ਜੋ ਖੁਸ਼ ਵਿਅਕਤੀ ਹੈ ਉਸ ਨੂੰ ਕਿਸ ਗੱਲ ਦੀ ਚਿੰਤਾ ਨਹੀਂ ਹੈ? ਅਸੀਂ ਇੱਥੇ ਪੜਿਆ ਸੀ untied unto the world with care of public fame or private breath। ਉਸ ਨੂੰ ਪਬਲਿਕ ਫੇਮ ਔਰ ਪ੍ਰਾਈਵੇਟ ਬ੍ਰੈਥ, ਜਨਤਕ ਪ੍ਰਸਿੱਧੀ ਅਤੇ ਦੂਸਰਿਆਂ ਦੀ ਪ੍ਰਸ਼ੰਸਾ ਦੀ ਕੋਈ ਚਿੰਤਾ ਨਹੀਂ ਹੈ। ਅਸੀਂ ਆਨਸਰ ਇੱਥੇ ਲਿਖ ਸਕਦੇ ਹਾਂ he does not care about public fame or private breath। he does not care about public fame or private breath। Stanza third, who envious none whom chance doth raise, nor wise who never understood, how deepest wounds are given with praise, nor rules of state but rules of good। Poet कहता है who envious none,
ਜੋ ਹੈਪੀ ਮੈਨ ਹੈ ਉਹ ਕਿਸੇ ਨਾਲ ਐਨਵੀਅਸ ਨਫ਼ਰਤ ਨਹੀਂ ਕਰਦਾ। ਐਨਵੀਅਸ ਨਫ਼ਰਤ, ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦਾ। whom chance doth raise, ਚਾਹੇ ਉਹ ਕਿਸੇ ਚਾਂਸ ਦੇ ਨਾਲ, ਕਿਸਮਤ ਦੇ ਨਾਲ, nor wise, ਚਾਹੇ ਉਹ ਕਿਸੇ ਬੁਰਾਈ ਦੇ ਨਾਲ ਤਰੱਕੀ ਕਰੇ। ਉਹ ਕਿਸੇ ਵੀ ਵਿਅਕਤੀ ਨਾਲ, ਚਾਹੇ ਉਸ ਵਿਅਕਤੀ ਨੇ ਕਿਸਮਤ ਦੇ ਨਾਲ, ਚਾਹੇ ਉਸ ਵਿਅਕਤੀ ਨੇ ਕਿਸੇ ਬੁਰਾਈ ਦੇ ਨਾਲ ਤਰੱਕੀ ਕੀਤੀ ਹੋਵੇ, ਉਹ ਕਿਸੇ ਦੇ ਨਾਲ ਨਫ਼ਰਤ ਨਹੀਂ ਕਰਦਾ। who never understood how deepest wounds are given with praise, ਤੇ ਉਹ ਇਸ ਗੱਲ ਨੂੰ ਵੀ ਨਹੀਂ ਸਮਝਦਾ ਕਿ ਝੂਠੀ ਪ੍ਰੇਜ਼ ਦੇ ਨਾਲ ਕਿਸੇ ਨੂੰ ਕਿੰਨਾ ਦੁੱਖ ਹੁੰਦਾ ਹੈ, ਉਹਨੂੰ ਕਿੰਨੇ ਜ਼ਖਮ ਹੁੰਦੇ ਨੇ। ਜੇ ਕੋਈ ਉਹ ਝੂਠੀ ਪ੍ਰੇਜ਼ ਕਰੇ ਕਿਸੇ ਦੀ ਤੇ ਉਹ ਇਹ ਗੱਲ ਨਹੀਂ ਸਮਝਦਾ ਕਿ ਝੂਠੀ ਪ੍ਰੇਜ਼ ਕਰਨ ਦੇ ਨਾਲ ਕਿਸੇ ਨੂੰ ਕਿੰਨੇ ਜ਼ਖਮ ਹੁੰਦੇ ਨੇ। ਉਹ ਇਹਨਾਂ ਗੱਲਾਂ ਦੇ ਵਿੱਚ ਵੀ ਵਿਸ਼ਵਾਸ ਨਹੀਂ ਕਰਦਾ। ਨਾ ਰੂਲਸ ਆਫ ਸਟੇਟ ਬਟ ਰੂਲਸ ਆਫ ਗੁੱਡ, ਉਹ ਰਾਜਨੀਤਿਕ ਸੱਤਾ ਦੇ ਕਾਨੂੰਨਾਂ ਨੂੰ ਨਹੀਂ ਮੰਨਦਾ, ਉਹ ਚੰਗਿਆਈ ਦੇ ਕਾਨੂੰਨਾਂ ਨੂੰ ਮੰਨਦਾ ਹੈ। ਕਵੀ ਦੇ ਕਹਿਣ ਅਨੁਸਾਰ ਕਿ ਉਹ ਰਾਜਨੀਤਿਕ ਕਾਨੂੰਨਾਂ ਤੋਂ ਪਹਿਲਾਂ ਇਹ ਸੋਚਦਾ ਹੈ ਕਿ ਮਨੁੱਖ ਦੇ ਅੰਦਰ ਇੱਕ ਚੰਗੇ ਗੁਣ ਹੋਣੇ ਚਾਹੀਦੇ ਨੇ, ਮਨੁੱਖ ਨੂੰ ਚੰਗਿਆਈ ਦਾ ਪਾਲਣ ਕਰਨਾ ਚਾਹੀਦਾ ਹੈ, ਅੱਛੇ ਕੰਮ ਕਰਨੇ ਚਾਹੀਦੇ ਨੇ। ਠੀਕ ਹੈ ਜੀ, ਤਾਂ ਸਾਡੇ ਕੋਲ ਇਹਦੇ ਵਿੱਚ ਕੁਐਸਚਨ ਫਸਟ ਹੈ, who does a happy person envy? who does a happy person envy? ਹੈਪੀ ਪਰਸਨ ਕਿਸ ਦੇ ਨਾਲ ਨਫ਼ਰਤ ਕਰਦਾ ਹੈ? ਹੈਪੀ ਪਰਸਨ ਕਿਸ ਦੇ ਨਾਲ ਨਫ਼ਰਤ ਕਰਦਾ ਹੈ? ਆ ਹੈਪੀ, ਇਹਦਾ ਆਨਸਰ ਹੈ ਜੀ, ਦੇਖੋ ਇੱਥੇ, ਆ ਹੈਪੀ ਪਰਸਨ ਐਨਵੀਅਸ ਨੋਬਡੀ, ਉਹ ਕਿਸੇ ਦੇ ਨਾਲ ਨਫ਼ਰਤ ਨਹੀਂ ਕਰਦਾ, ਐਨਵੀਅਸ ਨੋਬਡੀ। ਸੈਕੰਡ ਕੁਐਸਚਨ ਹੈ, what does a happy person not understand? ਹੈਪੀ ਪਰਸਨ ਕਿਸ ਗੱਲ ਨੂੰ ਨਹੀਂ ਸਮਝਦਾ, ਇਸ ਗੱਲ ਨੂੰ ਅੰਡਰਸਟੈਂਡ ਨਹੀਂ ਕਰਦਾ। ਤਾਂ ਅਸੀਂ ਇੱਥੇ ਪੜ੍ਹਿਆ ਹੈ, how deep who never understood how deepest wounds are given with praise. He does not understand how deepest wounds are caused by false praise. ਉਹ ਇਸ ਗੱਲ ਨੂੰ ਨਹੀਂ ਸਮਝਦਾ ਕਿ ਝੂਠੀ ਪ੍ਰਸ਼ੰਸਾ ਦੇ ਨਾਲ ਕਿੰਨੇ ਗਹਿਰੇ ਜ਼ਖਮ ਹੁੰਦੇ ਹਨ। ਥਰਡ ਕੁਐਸਚਨ ਹੈ ਸਾਡਾ, what does a truly happy person rule over? ਟਰੂਲੀ ਹੈਪੀ ਪਰਸਨ, ਜਿਹੜਾ ਸੱਚਮੁੱਚ ਖੁਸ਼ ਆਦਮੀ ਹੈ, ਉਹ ਕਿਸ ਚੀਜ਼ ਦੁਆਰਾ ਰਾਜ ਕਰਦਾ ਹੈ? ਤਾਂ ਆਨਸਰ ਹੈ, he rules over by the goodness of his heart. ਉਹ ਆਪਣੇ ਦਿਲ ਦੀ ਚੰਗਿਆਈ ਦੇ ਨਾਲ, ਅਛਾਈ ਦੇ ਨਾਲ ਲੋਕਾਂ ਉੱਤੇ ਜਿਹੜਾ ਰਾਜ ਕਰਦਾ ਹੈ। ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਦੇਸ਼ ਦੇ ਕਾਨੂੰਨਾਂ ਨੂੰ ਨਹੀਂ ਮੰਨਦਾ, ਉਹ ਦੇਸ਼ ਦੇ ਕਾਨੂੰਨਾਂ ਨੂੰ ਮੰਨਦਾ ਹੈ, ਪਰ ਉਹਦੇ ਕਹਿਣ ਦਾ ਭਾਵ ਇੱਥੇ ਇਹ ਹੈ ਕਿ ਉਹ ਸਭ ਤੋਂ ਪਹਿਲਾਂ ਚੰਗਿਆਈ ਦੇ ਰੂਲਾਂ ਨੂੰ ਮੰਨਦਾ ਹੈ ਕਿ ਜੇ ਆਦਮੀ ਅੰਦਰੋਂ ਚੰਗਾ ਹੋਵੇਗਾ, ਆਦਮੀ 'ਚ ਅੱਛੇ ਗੁਣ ਹੋਣਗੇ, ਉਹਦਾ ਦਿਲ ਅੱਛਾ ਹੋਵੇਗਾ, ਤਾਂ ਉਹ ਜਿਹੜੇ ਰਾਜਨੀਤਿਕ ਕਾਨੂੰਨ ਹੈ ਉਹਦਾ ਆਪਣੇ ਆਪ ਹੀ ਉਹਦੇ ਵਿੱਚ ਆ ਜਾਣਗੇ। ਠੀਕ ਹੈ, ਉਹ ਇਸ ਲਈ ਉਹ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਉਹ ਦੇਸ਼ ਦੇ ਕਾਨੂੰਨਾਂ ਨੂੰ ਨਹੀਂ ਮੰਨਦਾ, ਉਹ ਸਰਕਾਰਾਂ ਦੇ ਨਿਯਮਾਂ ਨੂੰ ਨਹੀਂ ਮੰਨਦਾ। ਉਹਦੇ ਕਹਿਣ ਦਾ ਭਾਵ ਇੰਨਾ ਹੈ ਕਿ ਜੇ ਉਹ ਇਨਸਾਨ ਅੰਦਰੋਂ ਖੁਸ਼ ਹੈ, ਕੋਈ ਵੀ ਇਨਸਾਨ ਹੈ ਜੀ, ਉਹ ਅੰਦਰੋਂ ਖੁਸ਼ ਹੈ, ਉਹ ਚੰਗਾ ਹੈ, ਉਹਦੇ ਅੰਦਰ ਅਛਾਈ ਵਸੀ ਹੋਈ ਹੈ, ਉਹ ਚੰਗੇ ਕੰਮ ਕਰਦਾ ਹੈ, ਤਾਂ ਰਾਜਨੀਤਿਕ ਗੁਣ ਹੈ ਜਿਹੜੇ ਉਹ ਉਹਨਾਂ ਕਾਨੂੰਨਾਂ ਨੂੰ ਮੰਨਣਾ ਤਾਂ ਉਹਦੇ ਵਿੱਚ ਆਪਣੇ ਆਪ ਹੀ ਆ ਜਾਂਦਾ ਹੈ, ਕਿਉਂਕਿ ਉਹਨੇ ਕਦੇ, ਚੰਗੇ ਆਦਮੀ ਨੇ ਕਦੇ ਕੋਈ ਗਲਤ ਕੰਮ ਕਰਨਾ ਹੀ ਨਹੀਂ। ਜੋ ਟਰੂਲੀ ਹੈਪੀ ਪਰਸਨ ਹੈ, ਖੁਸ਼ ਆਦਮੀ ਹੈ, ਅੱਛਾ ਆਦਮੀ ਹੈ, ਉਹ ਗਲਤ ਕੰਮ ਕਦੇ ਕਰਦਾ ਹੀ ਨਹੀਂ, ਤਾਂ ਉਹ ਸਾਰੇ ਕਾਨੂੰਨ ਉਹਦੇ ਆਪਣੇ ਆਪ ਅੰਦਰ ਆ ਜਾਂਦੇ ਨੇ। ਹਾਂਜੀ, ਸੈਕੰਡ ਸਟੈਂਜਾ, ਅਗਲਾ ਸਾਡਾ ਸਟੈਂਜਾ, ਫੋਰਥ ਸਟੈਂਜਾ, who God doth late and early pray, more of it grace than gifts to lend, and entertains the harmless day with a religious book or friend. Who God doth late and early pray, ਉਹ ਕਹਿੰਦੇ more of it grace, ਉਹ ਕਹਿੰਦੇ ਹੈ, ਪੋਇਟ ਕਹਿੰਦੇ ਹੈ ਕਿ ਜੋ ਟਰੂਲੀ ਪਰਸਨ ਹੈ, ਹੈਪੀ ਟਰੂਲੀ ਪਰਸਨ ਹੈ, ਉਹ ਪਰਮਾਤਮਾ ਦੀ ਲੇਟ ਐਂਡ ਅਰਲੀ ਦਾ ਮਤਲਬ ਹਰ ਸਮੇਂ, ਲੇਟ ਐਂਡ ਅਰਲੀ ਦਾ ਮਤਲਬ ਹੈ ਹਰ ਸਮੇਂ, ਉਹ ਪਰਮਾਤਮਾ ਦੀ ਹਰ ਸਮੇਂ ਭਜਨ ਬੰਦਗੀ ਕਰਦਾ ਹੈ, ਪਰਮਾਤਮਾ ਦੀ ਪ੍ਰਾਰਥਨਾ ਕਰਦਾ ਹੈ। ਕਿਸ ਦੇ ਲਈ ਪ੍ਰਾਰਥਨਾ ਕਰਦਾ ਹੈ? ਮੋਰ ਆਫ ਇਟ ਗ੍ਰੇਸ, ਉਸ ਦੇ ਆਸ਼ੀਰਵਾਦ ਵਾਸਤੇ, ਪਰਮਾਤਮਾ ਦੀ ਕਿਰਪਾ ਵਾਸਤੇ, ਪਰਮਾਤਮਾ ਦੇ ਆਸ਼ੀਰਵਾਦ ਵਾਸਤੇ ਉਹ ਪ੍ਰਾਰਥਨਾ ਕਰਦਾ ਹੈ।
हिज ग्रेस, हिज का मतलब इत्थे एच कैपिटल आई हुई है, ये गॉड ਨੂੰ ਸੰਬੋਧਿਤ है, परमात्मा ਨੂੰ। ग्रेस परमात्मा की कृपा। तो इसलिए प्रार्थना करते हैं दिन रात हर वेले कि परमात्मा उस ते कृपा रखी। दैन गिफ्ट्स टू लैंड, वो परमात्मा तो भौतिक चीज़ां नहीं मंगदा, तोहफे नहीं मंगदा कि मैनू कारां गड्डियां दे ਜਾਂ मैनू कोई होर सुख सहूलतां दे, वो नहीं मंगदा। वो तो कहते परमात्मा नूं कहंदा कि सिर्फ मैनू अपनी कृपा दे। एंड एंटरटेन्स द हार्मलैस डे विद अ रिलीजियस बुक और फ्रेंड, वो अपने जो खुशी मनाउंदा है, एंटरटेनमेंट करदा है, अपना मनोरंजन करदा है, अपनी खुशी मनाउंदा है किन्हां नाल? हार्मलैस डे, नुकसान रहत दिन। वो आपदे नुकसान रहत दिन गुजारदा है, अपनी खुशी मनाउंदा है। किन्हां नाल मनाउंदा है? विद ए रिलीजियस बुक और फ्रेंड, जां तां धार्मिक पुस्तकां पढ़दा है जां अपने सच्चे मित्रां दे नाल रहिंदा है। तो इसलिए साडे कोले फर्स्ट क्वेश्चन है, व्हाट डज अ हैप्पी मैन प्रे फॉर? हैप्पी मैन किस चीज लिए प्रार्थना करता है? ए हैप्पी मैन प्रेज फॉर गॉड्स ग्रेस, वो गॉड्स ग्रेस वास्ते प्रार्थना करता है, परमात्मा की दया वास्ते प्रार्थना करता है। सेकंड क्वेश्चन, व्हाट डू यू अंडरस्टैंड बाय द टर्म हार्मलैस डे? टर्म हार्मलैस डे का मतलब कि हार्मलैस, हार्म मैंने नुकसान, लैस मैंने बिना, नुकसान तो बिना, नुकसान रहत। नुकसान रहत तो की भाव है इत्थे? हार्मलैस एक्टिविटीज ऑफ द डे, कि दिन भर दे विच कोई भी ओनू कोई भी नुकसान नहीं हुंदा, वो नुकसान रहत दिन गुजारदा है। थर्ड, हाउ डज अ हैप्पी मैन स्पेंड हिज डे? हैप्पी मैन अपना दिन स्पेंड किवें करदा है? स्पेंड का मतलब हुंदा है गुजारना। हैप्पी मैन अपना दिन किवें गुजारदा है? विद ए रिलीजियस बुक और फ्रेंड, वो धार्मिक पुस्तक नाल जां अपने मित्रां दे नाल अपना दिन है जिहड़ा गुजारदा है। Stanza 5, this man is free from servile bounds of hope to rise or fear to fall, Lord of himself, though not of lands, and having nothing yet hath all. Poet कहता है, this man is free from servile bounds, servile गुलामी, bounds बंधन, गुलामी दे बंधन। ये आदमी गुलामी दे बंधना तो मुक्त होता है। केड़ा आदमी? आ ट्रूली हैप्पी पर्सन, ये आदमी गुलामी दे बंधना तो मुक्त होता है। ऑफ होप टू राइज और फियर टू फॉल, उसनू ना तो ऊपर उठन का फिक्र होता है और ना ही कोई डिगण का डर होता है। और होप टू राइज, और ना तुहानू आस है कि मैं होर उच्चा उठा, और ना ही उन्होंने डर है कि मैं डिग पवांगा या मेरे नाल कोई बुरा हो जाऊगा, मेरी बुराई हो जाऊगी। इस इन्हां बंधना दे तो वह मुक्त है। सर्वाइल बाउंड्स, गुलामी दे बंधना तो। केड़ी चीज़ की गुलामी? सर्वाइल बाउंड्स ऑफ होप टू राइज, उपर उठण दी आस ते हेठां डिगण दे डर। उपर उठण दी आस, हेठां डिगण दे डर दी गुलामी दे बंधना तो मुक्त है। उन्होंने इन्हां चीज़ों का कोई फिक्र नहीं है। लॉर्ड ऑफ हिमसेल्फ, दो नॉट ऑफ लैंड्स, वो चाहे जमीना का मालिक नहीं है पर वो अपने आप का मालिक है। वो जमीना का मालिक नहीं है चाहे, पर अपने आप का मालिक है। हैविंग नथिंग जेट हैथ ऑल, चाहे उहदे कोले कुछ भी नहीं, हैविंग नथिंग उहदे कोले कुछ भी नहीं, जेट हैथ ऑल फिर भी उहदे कोले सारा कुछ है। हैथ, जेट हैथ ऑल। तो साडे कोले इस स्टैंजे दे विच पोएट कहंदे हैं कि जो ट्रूली हैप्पी मैन है ਉਹ ਉੱਪਰ ਉੱਠਣ ਅਤੇ ਹੇਠਾਂ ਡਿੱਗਣ ਦੇ ਡਰ ਦੇ ਬੰਧਨ ਹੈ, ਜਿਹੜੇ ਗੁਲਾਮੀ ਦੇ ਜੇ ਬੰਧਨ ਨੇ ਉਹਨਾਂ ਤੋਂ ਮੁਕਤ ਹੈ। ਔਰ ਜੋ ਉਹਦੇ ਕੋਲੇ ਕੁਝ ਵੀ ਨਹੀਂ ਚਾਹੇ ਫਿਰ ਵੀ ਉਹਦੇ ਕੋਲੇ ਸਾਰਾ ਕੁਝ ਹੈ। ਭਾਵੇਂ ਉਹ ਜ਼ਮੀਨਾਂ ਦਾ ਮਾਲਕ ਨਹੀਂ ਹੈਗਾ ਪਰ ਉਹ ਆਪਣਾ ਮਾਲਕ ਹੈ, ਆਪਣੇ ਅਨੁਸਾਰ ਹੈ, ਸੰਤੁਸ਼ਟੀ ਦੇ ਨਾਲ ਆਪਣੀ ਜਿਹੜੀ ਉਹ ਜ਼ਿੰਦਗੀ ਗੁਜ਼ਾਰਦਾ है। इस दे विच साडे कोले क्वेश्चन ने
what does the poet mean by this man? this man तो की अर्थ है? ਤਾਂ poet ਦਾ this man ਤੋਂ अर्थ है a truly happy man, जो सचमुच खुश आदमी है। What do servile bounds refer to? servile bounds किन्हां नूं किहा गया? ਤਾਂ ਅਸੀਂ पढ़ के गए हैं servile bounds of hope to rise or fear to fall. The hope to rise and the fear to fall have been called servile bounds. ਉੱਪਰ ਉੱਠਣ ਦੀ ਆਸ ਤੇ ਹੇਠਾਂ ਡਿੱਗਣ ਦੇ ਡਰ ਨੂੰ ਇੱਥੇ ਸਰਵਾਈਵਲ ਬਾਉਂਡਸ ਹੈ ਜਿਹੜਾ ਕਿਹਾ ਗਿਆ। ਹੁਣ ਸਾਡੇ ਕੋਲੇ ਪੋਇਮ ਦਾ ਸੈਂਟਰਲ ਆਈਡੀਆ ਹੈ this poem gives the secret of a truly happy person's life. this poem gives ਇਹ ਕਵਿਤਾ ਦਿੰਦੀ ਹੈ ਸਾਨੂੰ ਜਾਂ ਦੱਸਦੀ ਹੈ the secret of a secret means ਰਹੱਸ of a truly happy person's life। ਅਸਲ ਵਿੱਚ ਜੋ ਸੱਚਮੁੱਚ ਖੁਸ਼ ਵਿਅਕਤੀ ਹੈ ਉਸ ਦੀ ਜ਼ਿੰਦਗੀ ਦੇ ਰਹੱਸ ਬਾਰੇ ਇਹ ਪੋਇਮ ਸਾਨੂੰ ਦੱਸਦੀ ਹੈ। ਸੱਚ ਏ ਪਰਸਨ ਲੀਡਸ ਐਨ ਓਨੈਸਟ ਲਾਈਫ, ਅਜਿਹਾ ਆਦਮੀ ਅਜਿਹਾ ਆਦਮੀ ਇਮਾਨਦਾਰੀ ਭਰੀ ਜ਼ਿੰਦਗੀ ਗੁਜ਼ਾਰਦਾ ਹੈ। ਹੀ ਇਜ਼ ਜੈਲਸ ਆਫ ਨਨ, ਜੈਲਸ ਮਨੇ ਨਫ਼ਰਤ ਕਰਨਾ, ਨਨ ਕਿਸੇ ਨਾਲ ਵੀ ਨਾ, ਉਹ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਦਾ। He is jealous of none, ਉਹ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਦਾ। He is content with whatever little he has, ਉਹ ਸਭ ਚੀਜ਼ਾਂ ਨਾਲ ਸੰਤੁਸ਼ਟ ਹੈ ਜਿੰਨਾ ਉਹਦੇ ਕੋਲੇ, ਜਿਹੜੀਆਂ ਚੀਜ਼ਾਂ ਉਹਦੇ ਕੋਲੇ ਹੈਗੀਆਂ। He is content with whatever little he has, ਜਿੰਨਾ ਥੋੜਾ ਬਹੁਤਾ ਵੀ ਉਹਦੇ ਕੋਲੇ ਹੈ ਉਹ ਉਹਦੇ ਨਾਲ ਹੀ ਸੰਤੁਸ਼ਟ ਹੈ। He is content with whatever little he has, ਜਿੰਨਾ ਕੁਝ ਉਹਦੇ ਕੋਲੇ ਹੈ ਉਹ ਉਸੇ ਦੇ ਨਾਲ ਹੀ ਸੰਤੁਸ਼ਟ ਹੈ। ਠੀਕ ਹੈ ਜੀ। He is not a slave of passions, ਉਹ ਪੈਸ਼ਨਸ ਇੱਛਾਵਾਂ ਦਾ ਗੁਲਾਮ ਨਹੀਂ ਹੈ। He follows the path of goodness, ਉਹ ਚੰਗਿਆਈ ਦੇ ਰਸਤੇ ਤੇ ਚੱਲਦਾ ਹੈ, ਉਹ ਚੰਗਿਆਈ ਦੇ ਗੁਣਾਂ ਨੂੰ ਫੋਲੋ ਕਰਦਾ ਹੈ, ਮੰਨਦਾ ਹੈ। ਥੈਂਕ ਯੂ।